मिनश्शैतानिर्रजीम बिस्मिल्लाहिर्रहमानिर्रहीम अस्सलामु अलैकुम। वेलकम टू फार्मिंग बिज़नेस इन्फो में खुश आमदीद। कैसे हैं व्यूवर्स, उम्मीद करता हूं आप सब खैरियत से होंगे। आज हम आपके लिए बहुत ही मुनफरद सी वीडियो लेके आए हैं। आज की वीडियो हमारी है फ़िश फार्मिंग के बारे में। जिसने आज की वीडियो नहीं देखी उसने कुछ भी नहीं देखा। आज की वीडियो देख के अपना कारोबार स्टार्ट कीजिए। इंशाल्लाह आपको सालाना 3 से 4 लाख रुपया मुनाफा होगा, और वो भी बिल्कुल फ्री रह के। अगर आज की वीडियो एंड तक देखेंगे तो उम्मीद करता हूँ आप सालाना 3 से 4 लाख रुपया कमा सकेंगे। तो आज की वीडियो एंड तक देखिएगा। तो आज हम फ़िश फार्मर से आपकी मुलाकात करवा रहे हैं, जिन्होंने बहुत ही आला किस्म का इंटरव्यू पहले भी हमें दिया था, और आज भी हमारे साथ वो मालूमात शेयर करने जा रहे हैं। तो आज की मालूमात आपके साथ शेयर करते हैं, तो मालूमात को ध्यान से सुनिएगा और वीडियो को एंड तक देखिएगा। तो अगर तो आपने हमारा चैनल सब्सक्राइब नहीं किया तो जल्दी से हमारा चैनल सब्सक्राइब करें, लाइक करें और कमेंट्स करना ना भूलिएगा, क्योंकि आपके कमेंट्स लाइक की वजह से ही हमारी जो हौसला अफजाई होती रहती है और हम आपके लिए नई नई वीडियो लेकर आते रहते हैं। तो आज की वीडियो एंड तक देखिएगा और अपने कमेंट्स में अपनी राय का इजहार कीजिएगा और बताइएगा कि आज की वीडियो आपको कैसी लगी फ़िश फार्मिंग के बारे में। तो चलिए आइए आज का इंटरव्यू स्टार्ट करते हैं और आपके साथ मालूमात शेयर करते हैं। माशाल्लाह रौनक लगी है खाने में। हाँ पतरी है माशाल्लाह। चलो मैं सारे भरा हम इकट्ठे हुए हैं सारे डीग मसला तो है डीग तुम भजन उच्चा वालेकुम सलाम। ਕੀ ਹਾਲ ਚਾਲ ਹੈ ਭਾਈ ਨੇ? शुक्र अल्हम्दुलिल्लाह भाई। ਕੀ ਨਾਮ ਭਾਈ ਦਾ? लुकमान भाई जान। ਲੁਕਮਾਨ ਵੀਰ, ਤੁਸੀਂ ਇਹ ਮੱਛਲੀ ਫਾਰਮਿੰਗ ਦਾ ਕੰਮ ਕਿੰਨੇ ਅਰਸੇ ਤੋਂ ਕਰਦੇ ਹੋ? 20 साल तो भाई। 20 ਸਾਲ ਤੋਂ? ਯਾਨੀ ਤੁਹਾਡੀ ਇਸ ਟਾਈਮ ਉਮਰ ਕਿੰਨੀ ਹੈ? इस टाइम मेरी उम्र है 35 साल। ਯਾਨੀ ਤਕਰੀਬਨ ਬਚਪਨ ਤੋਂ ਹੀ 9 ਉਮਰ ਦੀ ਉਮਰ ਤੋਂ ਤੁਸੀਂ ਸ਼ੁਰੂ 15 13 14 साल की उम्र के बाद ਉਦੋਂ ਤਾਂ ਸ਼ੁਰੂ ਕੀਤਾ ਤੇ ਕਿੰਨੇ ਏਰੀਆ 'ਚ ਤੁਹਾਡਾ ਮੱਛਲੀ ਫਾਰਮ ਹੈ? माशाल्लाह साडा 10 कनाला च 10 ਕਨਾਲਾਂ 'ਚ। ਅੱਛਾ ਸਰ, ਤੁਸੀਂ ਸਾਨੂੰ ਜ਼ਰਾ ਬੁਨਿਆਦੀ ਚੀਜ਼ਾਂ ਦੱਸੋ ਕਿ ਮੱਛਲੀ ਘਰ ਬਣਾਉਣ ਵਾਸਤੇ ਪਹਿਲੇ ਕਿਹੜੀ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਜਿਸ ਤਰ੍ਹਾਂ ਜ਼ਮੀਨ, ਪਾਣੀ ਜਾਂ ਉਹਦੀ ਨਿਕਾਸੀ ਦਾ ਇੰਤਜ਼ਾਮ, ਜਾਂ ਹੋਰ ਕਿਹੜੀ ਚੀਜ਼? मसलन ਤੁਸੀਂ ਨਾ ਜਦੋਂ ਮਛਲੀ ਫਾਰਮ ਦਾ ਸ਼ੌਕ ਕਰਨਾ ਚਾਹੁੰਦੇ ਹੋ ਨਾ, ਜੀ ਉਹਦੇ ਲਈ ਤੁਹਾਡੀ ਜ਼ਮੀਨ ਆਪਣੀ ਹੋਣੀ ਚਾਹੀਦੀ ਹੈ। ਠੀਕ ਹੈ। ਆਪਣੀ ਨਾ ਹੋਏ ਚਲੋ ਠੇਕੇ ਤੇ ਹੋਏ ਤੇ ਇੰਨੀ ਹੋਣੀ ਚਾਹੀਦੀ ਹੈ, ਕਮੋ ਪੇਸ਼ੀ 10 ਏਕੜ ਹੋਈਏ, ਠੀਕ ਹੈ। 8 ਏਕੜ ਹੋ ਜੇ, ਠੀਕ ਹੈ। ਕਿਉਂਕਿ ਕੁਝ ਖਰਚੇ ਵੀ ਹੁੰਦੇ ਨੇ। ਬੰਦਾ ਸਮਝੇ ਕਿ 2 ਏਕੜ ਦਾ ਖਰਚਾ ਨਿਕਲਿਆ 6 ਏਕੜ ਬਚਤ ਹੋ ਜਾਂਦੀ ਹੈ। ਠੀਕ ਹੈ। ਅਲਹਮਦੁਲਿਲਾ। ਠੀਕ ਹੈ। 30 ਏਕੜ ਦੇ ਵਿੱਚ 1200 ਦਾਣਾ ਪਾਈਦਾ ਮੱਛੀ ਦਾ, ਜਿਹਦੇ ਚ 200 ਗਰਾਸ ਪਾਈਦਾ, ਠੀਕ ਹੈ। 200 ਸਿਲਵਰ ਪਾਈਦਾ, 200-300 ਰੋਹ ਪਾ ਲਈਦਾ, ਠੀਕ ਹੈ। ਤੇ 200 ਵੀ ਗੈੜ ਪਾ ਲਈਦੀ ਹੈ। ਠੀਕ ਹੈ। ਜਾਂ ਤੁਸੀਂ ਲਾ ਲਓ ਮਰਾਖੀ ਪਾ ਲਈਦੀ ਹੈ, ਗਲਫਾਮ ਪਾ ਲਈਦਾ, ਸਹੀ ਹੈ। ਵਗੈਰਾ ਵੈਰਾਈਟੀਆਂ ਨੇ। ਠੀਕ ਹੈ। ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਖੁਰਾਕ ਪਾਣੀ ਹੈ। ਠੀਕ ਹੈ। ਸਿਲਵਰ ਜਿਹੜੀ ਨਾ ਖਾਦ ਯੂਜ਼ ਕਰਦੀ ਹੈ, ਠੀਕ ਹੈ। DAP ਯੂਰੀਆ ਖਾਦ। ਸਹੀ ਹੈ। 15 ਦਿਨਾਂ ਬਾਅਦ 15 ਸਿਰ ਦੋਵੇਂ ਖਾਦਾਂ ਮਿਲਾ ਕੇ 30 ਕਿਲੋ ਖਾਦ ਕਿਨਾਰਿਆਂ ਤੇ ਸੁੱਟਣੀ ਹੈ। ਠੀਕ ਹੈ। ਠੀਕ ਹੈ। ਤੇ ਜਿਹੜਾ ਗਰਾਸ ਹੈ ਉਹ ਪੱਠਾ ਖਾਂਦਾ ਹੈ, ਠੀਕ ਹੈ। ਤੇ ਉਹ ਪੱਠਾ ਖਾਂਦਾ, ਬਿੱਠ ਕਰਦਾ ਹੈ, ਉਹਦੀ ਬਿੱਠ ਜਿਹੜੀ ਨਾ ਰਹੂ ਹੂੰ। ਤੇ ਮਰਾਖੀ ਖਾਂਦੀ ਹੈ। ਅੱਛਾ। ਠੀਕ ਹੈ ਨਾ, ਉਹਦੇ ਨਾਲ ਪਲਦੀ ਹੈ। ਠੀਕ ਹੈ। ਉਸ ਤੋਂ ਇਲਾਵਾ ਤੁਸੀਂ ਜਿਹੜੀ ਖਾਦ ਪਾਉਂਦੇ ਹੋ ਨਾ, ਉਹ ਤੁਹਾਡੀ ਸਿਲਵਰ ਪਲੇਗੀ। ਜਿੰਨੀ ਤੁਸੀਂ ਖਾਦ ਪਾਓਗੇ ਨਾ ਸਾਲ 'ਚ 6 ਮਹੀਨਿਆਂ 'ਚੋਂ 4 ਕਿਲੋ ਦੀ ਕਰ ਲਓ, 5 ਕਿਲੋ ਦੀ ਕਰ ਲਓ, ਠੀਕ ਉਹ ਹੈ। ਤੁਸੀਂ ਆਪਣੀ ਖੁਰਾਕ ਦੇ ਸਿਰ ਤੇ ਪਾਲਣੀ। ਠੀਕ ਹੈ। ਪਾਣੀ ਕਮੋ ਪੇਸ਼ੀ 5 ਫੁੱਟ ਹੋਣਾ ਚਾਹੀਦਾ, ਜ਼ਿਆਦਾ ਨਹੀਂ ਹੋਣਾ ਚਾਹੀਦਾ। 4 4.5 5 ਫੁੱਟ, ਜ਼ਿਆਦਾ ਪਾਣੀ ਮੱਛੀ ਨਹੀਂ ਪਾਲਦਾ। ਠੀਕ ਹੈ। ਜਦੋਂ ਸਾਉਣ ਭਾਦਰੋਂ ਆਉਂਦਾ ਨਾ, ਤੁਸੀਂ ਉਹਦਾ ਬਹੁਤ ਜ਼ਿਆਦਾ ਤਿਆਦ ਕਰਨੀ ਹੈ। ਠੀਕ ਹੈ। ਜਿਸ ਟਾਈਮ ਉਹ 2 ਮਹੀਨੇ ਹੁੰਦੇ ਨੇ, ਬਾਰਿਸ਼ ਹੋਏ, ਸਹੀ ਹੈ। ਧਿਆਨ ਰੱਖਣਾ ਆਪਣੇ ਫਾਰਮ ਦਾ ਕਿ ਮੱਛੀ ਤਰ ਨਾ ਜਾਏ, ਗੁੰਮਾ ਲੱਗ ਜਾਂਦਾ ਹੈ। ਅੱਛਾ। ਪਾਣੀ ਦੇ ਜਿਹੜੇ ਹੁੰਦੇ ਨੇ ਆਕਸੀਜਨ ਘਟ ਜਾਂਦੇ ਨੇ। ਠੀਕ ਹੈ। ਠੀਕ ਹੈ ਨਾ, ਉਹ ਮੱਛੀ ਉੱਪਰ ਆ ਜਾਂਦੀ ਹੈ, ਠੀਕ ਹੈ। ਉਹਦੀ ਵਜ੍ਹਾ ਨਾਲ ਮਸਲਾ ਬਣ ਜਾਂਦਾ, ਨੁਕਸਾਨ ਹੁੰਦਾ, ਮੱਛੀ ਤਰ ਜਾਂਦੀ ਹੈ, ਮਰ ਜਾਂਦੀ ਹੈ। ਠੀਕ ਹੈ। जैसे यह वाकया होए, हाँ। कोशिश करो ऊपर पीटरे पानी चला दियो। ठीक है। दादा पानी? हाँ जी। जे अगर नहीं है, कोशिश करो कि एक फट्टी लो वड्डी जी, ठीक है। ਉਹਨੂੰ ਰੱਸਾ ਪਾਓ, ਇੱਕ ਲੜਕਾ ਫਾਰਮ ਦੀ ਉਸ ਪਾਸੇ ਤੇ ਇੱਕ ਉਸ ਪਾਸੇ, ਸਪੀਡ ਨਾਲ ਕਦੀ ਉਧਰ ਨੂੰ ਜਾਣ ਕਦੀ ਉਧਰ ਜਾਣ, ਉਹ ਲਹਿਰਾਂ ਬਣਨਗੀਆਂ, ਆਕਸੀਜਨ ਪੈਦਾ ਹੋਏਗੀ। ਠੀਕ ਹੈ। ਠੀਕ ਹੋ ਗਿਆ। ਹਾਂਜੀ। ਨਹੀਂ ਵੀ ਅਗਰ ਤੁਹਾਡੇ ਕੋਲ ਜ਼ਰੀਆ ਹੈ, ਕੋਈ ਡੰਗਰ ਨੇ 2-4 ਜਾਂ ਕੋਈ ਦੋਸਤ 4-5 ਨੇ, ਛਲਾਂਗਾ ਮਾਰ ਕੇ ਪਾਣੀ ਨੂੰ ਹਿਲਾਓ ਜਲਾਓ, ਉਹਦੇ 'ਚ ਆਕਸੀਜਨ ਪੈਦਾ ਹੋਏ। ਠੀਕ ਹੈ। ਜਾਨੀ ਮਾਲੀ ਨੁਕਸਾਨ ਹੋਣ ਤੋਂ ਬੰਦਾ ਬਚ ਜਾਂਦਾ। ਠੀਕ ਹੈ। ਤੇ ਮੱਛੀ ਤਰ ਜਾਂਦੀ ਹੈ, ਠੀਕ ਹੈ। ਮਰ ਜਾਂਦੀ ਹੈ, ਉਹਦਾ ਨਾਲ ਨੁਕਸਾਨ ਹੁੰਦਾ ਫਿਰ। ਠੀਕ ਹੈ। ਤੇ ਉਹ ਇਹ ਚੀਜ਼ਾਂ ਨੇ, ਹੋਰ ਕੋਈ ਨਹੀਂ। ਜੇ ਤੁਸੀਂ ਸ਼ੌਕ ਕਰਦੇ ਹੋ ਤੇ ਆਪਣਾ ਫਾਰਮ ਦੇ ਪਹਿਲੇ ਕਮੋ ਪੇਸ਼ੀ 4.5 ਫੁੱਟ ਡੂੰਘਾ ਹੋਏ, ਠੀਕ ਹੈ। 5 ਫੁੱਟ 4 ਫੁੱਟ ਡੂੰਘਾ ਹੋਏ, ਬੱਚਾ ਕਮੋ ਪੇਸ਼ੀ ਪਾਓ 4 ਤੋਂ 5 ਇੰਚ ਦਾ ਪਾਓ। ਛੋਟਾ ਬੱਚਾ ਪਾਣਾ, ਉਹਦੇ ਲਈ ਤੁਹਾਨੂੰ ਛੋਟਾ ਜਿਹਾ, ਜੇ ਤੁਸੀਂ 10 ਕਿੱਲੇ ਦਾ 10 ਏਕੜ ਦਾ ਤੁਸੀਂ ਮਸਲਾ ਫਾਰਮ ਸ਼ੁਰੂ ਕਰਦੇ ਹੋ ਨਾ, ਤੁਹਾਡੇ ਕੋਲ 6 ਕਨਾਲਾਂ ਦਾ ਜਿਹੜਾ ਹੈ ਨਾ ਬੱਚਾ ਪੋਲਟਰੀ ਫਾਰਮ ਹੋਣਾ ਚਾਹੀਦਾ ਸਿਸਟਮ। ਠੀਕ ਹੈ। ਉਹਦੇ 'ਚ ਤੁਸੀਂ ਆਪਣਾ ਛੋਟਾ ਬੱਚਾ ਮਿਲਦਾ ਇੰਚ ਦਾ। ਠੀਕ ਹੈ। ਸਰਕਾਰੀ ਇੱਥੋਂ ਸੰਭੜੇ ਵੱਲੋਂ ਵੀ ਮਿਲਦਾ, ਹੈਡ ਲਾਗੇ ਇੱਕ, ਤੇ ਉਧਰੋਂ ਵੀ ਮਿਲਦਾ। ਠੀਕ ਹੈ।
ਤੁਸੀਂ ਲਿਆ ਕੇ ਉਹਦੇ ਚ ਬੱਚਾ ਉਹ ਮਿਲ ਜਾਂਦਾ, ਸਸਤਾ ਮਿਲਦਾ ਹੈ, 1000 ਦਾ 2000 ਬੱਚਾ ਮਿਲਦਾ ਹੈ। ਠੀਕ ਹੈ। ਅਗਰ ਤੁਹਾਡੇ ਕੋਲ 6 ਏਕੜ ਜਗ੍ਹਾ ਹੈ ਤੇ ਤੁਸੀਂ ਉਹਦੇ ਚ ਉਹ ਬੱਚਾ ਲਿਆ ਕੇ 10-20 ਹਜ਼ਾਰ ਦਾ ਸੁੱਟ ਲਓ ਠੀਕ ਹੈ। ਆਊਟ ਸੀਜ਼ਨ। ਠੀਕ ਹੈ। ਉਹ ਜਦੋਂ ਤੁਹਾਡਾ ਸੀਜ਼ਨ ਬੱਚਾ ਪਾਉਂਦਾ ਆਏਗਾ ਪਹਿਲੇ ਮਹੀਨੇ ਦੂਸਰੇ ਮਹੀਨੇ ਹਾਂ। ਤੇ ਉਹ ਤੁਹਾਡਾ ਬੱਚਾ ਪਾ ਦਾ 1.5 ਪਾ ਦਾ ਹੋਏਗਾ। ਠੀਕ ਹੈ। ਮਿਸਾਲ ਜਿੱਥੇ ਮਛਲੀ ਸਾਲ ਚ ਕਿਲੋ ਵਜ਼ਨ ਕਰਦੀ, ਤੁਹਾਡੇ ਘਰ ਦਾ ਬੱਚਾ ਹੈਗਾ 2.5 ਕਿਲੋ 2 ਕਿਲੋ 3 ਕਿਲੋ ਤੱਕ ਵਜ਼ਨ ਕਰੇਗੀ। ਠੀਕ ਹੈ। ਤੇ ਹੁਣ ਮੈਂ ਬਸ ਮਿਹਰਬਾਨੀ ਤੁਹਾਡੀ। ਸਰ ਤੁਸੀਂ ਬੜੀ ਨਜਾਬ ਔਰ ਕੀਮਤੀ ਮਾਲੂਮਾਤ ਦੇ ਰਹੇ ਹੋ। ਤੁਹਾਡੀ ਮਾਲੂਮਾਤ ਨੂੰ ਵੇਖ ਕੇ ਤੁਹਾਡੇ ਨਾਲ ਲੰਬੀ ਮੁਲਾਕਾਤ ਕਰਨ ਦਿਲ ਕਰਦਾ। ਲੰਬੀ ਨਹੀਂ ਕਰਾਂਗੇ ਲੇਕਿਨ 2-4 ਮਿੰਟ ਹੋਰ ਕਰਾਂਗੇ। ਤੁਸੀਂ ਬੜੀਆਂ ਅੱਛੀਆਂ ਗੱਲਾਂ ਔਰ ਬੜੀ ਸਮਰਾਈਜ਼ ਤਰੀਕੇ ਨਾਲ ਕੀਤੀ ਹੈ। ਪਹਿਲੇ ਤੁਸੀਂ ਮਿਕਸ ਬੱਚੇ ਪਾਉਣ ਦੀ ਵਜ੍ਹਾ ਵੀ ਦੱਸ ਰਹੀ ਕਿ ਬੈਠੋ ਇੱਕ ਖਾ ਲੈਂਦਾ, ਘਾਹ ਇੱਕ ਖਾ ਲੈਂਦਾ। ਉਸ ਤੋਂ ਬਾਅਦ ਤੁਸੀਂ ਇੱਕ ਇਸ਼ੂ ਪੈਦਾ ਦੱਸਿਆ ਕਿ ਇਹਨਾਂ ਨੂੰ ਇਸ਼ੂ ਹੋ ਜਾਂਦਾ ਉੱਤੋਂ ਬਾਰਿਸ਼ ਦਾ ਗੁੰਮੇ ਦਾ ਆਕਸੀਜਨ ਘੱਟ ਹੁੰਦੀ ਹੈ। ਸੌਣ ਭਾਦਰੋਂ 2 ਮਹੀਨੇ ਹੁੰਦੇ ਨੇ ਜਿਹਦੀ ਵਜ੍ਹਾ ਨਾਲ ਪਾਣੀ ਦੀ ਆਕਸੀਜਨ ਕਮੀ ਹੁੰਦੀ ਹੈ, ਨਾ ਜ਼ਿਆਦਾ ਖਤਰਾ ਹੁੰਦਾ ਹੈ। ਠੀਕ ਹੈ। ਉਹ 2 ਮਹੀਨੇ ਤੁਹਾਨੂੰ ਸੂਰਜ ਗਰੂਬ ਹੋਣ ਦੇ ਟਾਈਮ ਹੀ ਧਿਆਨ ਦੇਣਾ ਪਏਗਾ। ਬਾਰਿਸ਼ ਦਾ ਜਦੋਂ ਵੀ ਮਕਾਮ ਹੋਏ ਉਦੋਂ, ਠੀਕ ਹੈ। ਜਾਂ ਜਦੋਂ ਸਵੇਰ ਸੂਰਜ ਨਿਕਲਦਾ ਹੈ, ਹਾਂ। ਤੁਸੀਂ ਆਪਣੀ ਮੱਛੀ ਦੇਖ ਸਕਦੇ ਹੋ ਕਿ ਸਾਡੀ ਮੱਛੀ ਉੱਪਰ ਤੇ ਨਹੀਂ ਆਈ। ਠੀਕ ਹੈ। ਠੀਕ ਹੈ। ਮੱਛੀ ਨੂੰ ਬਿਮਾਰੀ ਵੀ ਲੱਗ ਜਾਂਦੀ ਹੈ। ਠੀਕ ਹੈ। ਜ਼ਿਆਦਾ ਉਸ ਭਾਨ ਨਾਲ ਮੱਛੀ ਨਹੀਂ ਪਲਦੀ, ਠੀਕ ਹੈ। ਛੋਟੀ ਰਹਿੰਦੀ ਹੈ। ਜਿਤਨੀ ਕਮ ਉਸ ਤੋਂ 1000 ਤੋਂ 1200 ਦਾਣਾ ਹੋਏ 1 ਕਿੱਲੇ ਦਾ, ਹਾਂ। ਉਨੀ ਮੱਛੀ ਵਜ਼ਨ ਕਰਦੀ ਹੈ। ਠੀਕ ਹੈ। ਯਾਨੀ ਥੋੜੀ ਜਗ੍ਹਾ 'ਚ ਬਹੁਤੇ ਬੱਚੇ ਨਹੀਂ ਪਾਣੇ। ਨਹੀਂ ਪਾਣਾ ਚਾਹੀਦਾ। ਤੁਸੀਂ ਇੱਕ ਖੁਰਾਕ ਦੇ ਇਸ਼ੂ ਹੋ ਜਾਂਦਾ ਹੈ। ਬੜੇ ਸਾਰੇ ਦੋਸਤਾਂ ਨੂੰ ਸੁਣਿਆ ਕਿ ਇਹਨਾਂ ਨੂੰ ਕੀ ਪਾਈਏ ਕਿ ਛੇਤੀ ਗਰੋ ਕਰਨ, ਛੇਤੀ ਵੱਡੀਆਂ ਹੋਣ। ਤੁਸੀਂ ਖੁਰਾਕ ਦੱਸੀ ਲਿਆ ਸੀ, ਕਿੰਨੀ ਪਾਣੀ ਚਾਹੀਦੀ ਹੈ? ਖਾਦ ਤੇ ਤੁਸੀਂ ਦੱਸ ਛੜੀ, ਪੱਠਾ ਕਿੰਨਾ ਪਾਣਾ ਚਾਹੀਦਾ? ਪੱਠਾ ਵੇਖੋ ਗਰਾਸ ਹੁੰਦਾ ਹੈ, ਤੁਸੀਂ 300 ਦਾਣਾ ਪਾਇਆ, ਤੁਸੀਂ ਰੋਜ਼ 2 ਮਣ ਪੱਠਾ ਸੁੱਟ ਦਿਓ, ਖਾ ਜਾਏਗਾ। ਪੱਠਾ ਉਹਨਾਂ ਨੂੰ ਮੱਝਾਂ ਦਾ ਬੱਚਾ ਸ਼ੁਦਾ ਪਾਇਆ ਜਾ ਸਕਦਾ ਜਾਂ ਤਾਜ਼ਾ ਹੀ ਪਾਣਾ ਪੈਣਾ? ਤੁਸੀਂ ਜਿਹੜਾ ਨਾ ਬੱਚਿਆ ਖੁਚੀਆ ਚ ਸੁੱਕਾ ਪੱਠਾ ਹੁੰਦਾ ਉਹ ਕਾਮਯਾਬ ਨਹੀਂ ਹੈ। ਪੱਠਾ ਹਰਿਆ ਹੋਣਾ ਚਾਹੀਦਾ, ਚਾਹੇ ਡੰਗਰਾਂ ਦਾ ਬੱਚਿਆ ਹੋਏ ਚਾਹੇ ਤਾਜ਼ਾ ਵੱਢ ਕੇ ਪਾਓ, ਹਰਾ ਹੋਣਾ ਚਾਹੀਦਾ, ਹਰਿਆਲੀ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਤੁਸੀਂ ਲਾ ਲਓ ਸਟਾਲ ਹੈ, ਜਵਾਰ ਹੈ, ਇਹ ਹਰਿਆਲੀ ਹੋਣੀ ਚਾਹੀਦੀ, ਸੁੱਕੀ ਖੁਸ਼ਕ ਨਹੀਂ ਹੋਣੀ ਚਾਹੀਦੀ। ਠੀਕ ਹੈ। ਜਿਹਦੇ ਚ ਗੋਬਰ ਵੀ ਇਸਤੇਮਾਲ ਹੁੰਦਾ ਹੈ। ਹਾਂ। ਇਹਦੇ ਚ ਇਹ ਹੁੰਦਾ ਕਿ ਤੁਸੀਂ ਫਾਰਮ ਦੇ ਵਿੱਚ 2-3 ਟਰਾਲੀਆਂ ਸੁੱਟੋ, ਲੇਕਿਨ ਇੱਕ ਸਾਈਡ ਤੇ ਸੁੱਟੋ। ਅੱਛਾ। ਅੱਧਾ ਪਾਣੀ ਚ ਹੋਏ ਤੇ ਅੱਧਾ ਬਾਹਰ ਹੋਏ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜਿੰਨਾ ਪਾਣੀ ਚ ਹੋਏਗਾ ਨਾ, ਉਹ ਸੁੰਡੀਆਂ ਉਹਦੇ ਚੋਂ ਨਿਕਲਣਗੀਆਂ। ਠੀਕ ਹੈ। ਠੀਕ ਹੈ ਨਾ, ਉਹ ਚ ਕੀੜਾ ਮਕੌੜਾ ਪੈਦਾ ਹੁੰਦਾ ਹੈ। ਹਾਂ। ਉਹ ਜਾਂਦਾ, ਉਹ ਰੋਹੂ ਖਾਂਦਾ, ਮਰਾਖੀ ਖਾਂਦੀ ਹੈ, ਮੱਛੀ ਉਹਨੂੰ ਖਾਂਦੀ ਹੈ। ਜਿੰਨਾ ਬਾਹਰ ਹੋਏਗਾ ਧੁੱਪ ਪਏਗੀ, ਹਾਂ, ਉਹਦੇ ਚੋਂ ਕੀੜਾ ਉਹ ਮਕੌੜਾ ਸੁੰਡੀ ਨਿਕਲ ਖਾਂਦੀ ਹੈ ਕਿ ਗੋਇਆ ਖਾਂਦੀ ਹੈ? ਮੱਛੀ ਜਿਹੜੇ ਕੀੜਾ ਮਕੌੜਾ ਨਿਕਲਦੀ ਉਹਦੇ ਚੋਂ ਖਾਂਦੀ ਹੈ। ਅੱਛਾ, ਗੋਬਰ ਨਹੀਂ ਖਾਂਦੀ? ਨਹੀਂ। ਚੂਨੇ ਦਾ ਕੀ ਰੋਲ ਹੈ ਇਹਦੇ 'ਚ? ਚੂਨੇ ਦਾ ਇਹ ਰੋਲ ਹੁੰਦਾ ਹੈ ਕਿ ਉਹ ਜਿੰਨਾ ਪਾਈ ਉਹ ਵੀ ਆਕਸੀਜਨ ਬਣਾਉਂਦਾ ਹੈ। ਅੱਛਾ। ਉਹ ਵੀ ਆਕਸੀਜਨ ਪਾਣੀ ਨੂੰ ਸਾਫ਼ ਕਰਦਾ ਹੈ। ਪਾਣੀ ਦੇ ਵਿੱਚ ਆਕਸੀਜਨ ਬਣਾਉਂਦਾ ਹੈ। ਬਾਰਿਸ਼ਾਂ ਦਿਨਾਂ 'ਚ ਬੰਦਾ ਚੂਨਾ ਪਾ ਛੜੇ? ਹਾਂਜੀ। ਕਿੰਨਾ ਕੁ? ਵੇਖੋ 10 ਕਿਲੋ 15 ਕਿਲੋ ਤੁਸੀਂ ਆਪਣੇ ਜ਼ਮੀਨ ਦੇ ਹਿਸਾਬ ਨਾਲ, ਕਿੱਲੇ ਦੇ ਵਿੱਚ ਤੁਸੀਂ ਨਾ 20 ਸਿਰ ਚੂਨਾ ਜਿਹੜਾ ਨਾ ਦਾਬੜੇ 'ਚ ਰਲਾ ਕੇ, ਪਾਣੀ ਦੇ ਵਿੱਚ ਰਲਾ ਕੇ, ਉਹ ਤੁਸੀਂ ਇਸ ਤਰ੍ਹਾਂ ਖਿਲਾਰਦਾ ਪਾਣੀ ਦੇ ਵਿੱਚ, ਇੱਕ ਸਾਈਡ ਤੇ ਨਾ ਇੱਕ ਸਾਈਡ ਤੇ, ਕਿਨਾਰਿਆਂ ਦੇ ਉੱਪਰ ਹੀ ਖਿਲਾਰੀ ਜਾਣਾ। ਠੀਕ ਹੈ। ਅੱਛਾ ਭਾਈ, ਪਾਣੀ ਇਹਦਾ ਕਿੰਨੇ ਕੁ ਚਿਰ ਬਾਅਦ ਚੇਂਜ ਕਰਨਾ ਚਾਹੀਦਾ ਹੈ ਮੱਛੀ ਘਰ ਦਾ? ਦੇਖੋ ਤੁਸੀਂ ਫਾਰਮ ਦਾ ਅਗਰ ਸ਼ੌਕ ਕਰਨਾ ਚਾਹੁੰਦੇ, ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡਾ ਹਰ ਪਹਿਲੇ ਮਹੀਨੇ ਦੂਸਰੇ ਮਹੀਨੇ ਮੱਛੀ ਨਿਕਲ ਕੇ ਫਾਰਮ ਖੁਸ਼ਕ ਹੋਣਾ ਚਾਹੀਦਾ ਹੈ। ਕਮੋ ਪੇਸ਼ੀ 15-20 ਦਿਨ ਖੁਸ਼ਕ ਹੋਏ, ਫਿਰ ਉਹਨੂੰ ਵਾਇਆ ਜਾਏ, ਉਹ 'ਚ ਗੋਬਰ ਪਏ ਨੀਚੇ। ਠੀਕ ਹੈ। ਜ਼ਮੀਨ ਖੁੱਲੀ ਹੋਣੀ ਚਾਹੀਦੀ ਹੈ, ਹਰ ਸਾਲ ਬਾਅਦ ਜ਼ਮੀਨ ਤਾਜ਼ੀ ਹੋਣੀ ਚਾਹੀਦੀ ਹੈ, ਉਹਦੇ 'ਚ ਫਿਰ ਤਾਕਤ ਆਉਂਦੀ। ਜਿਸ ਤਰ੍ਹਾਂ ਤੁਸੀਂ ਫਸਲ ਬੀਜਦੇ ਹੋ, ਅਗਰ ਖਾਦ ਥੱਲੇ ਨਹੀਂ ਪਾਉਂਦੇ ਫਸਲ ਕਮਜ਼ੋਰ ਹੁੰਦੀ ਹੈ। ਬਿਲਕੁਲ। ਇਹਦਾ ਵੀ ਇਹ ਹਿਸਾਬ ਹੁੰਦਾ ਹੈ ਕਿ ਮਸਲਨ ਜਿੰਨੇ ਤੱਕ ਜ਼ਮੀਨ 'ਚ ਤਾਕਤ ਨਹੀਂ ਹੋਣੀ, ਉਹਨੇ ਤੱਕ ਉਹਨੇ ਮੱਛੀ ਨਹੀਂ ਪਾਣੀ। ਇਹ ਬੜਾ ਸਿਸਟਮ ਇਹਦੇ ਨਾਲ ਰਲਦਾ। ਜ਼ਿੰਦਾਬਾਦ। ਇਹਦੇ ਤੁਸੀਂ ਦੱਸਿਆ 4-5 ਫੁੱਟ ਗਹਿਰਾ ਕਰਨਾ ਹੈ। ਹਾਂਜੀ। ਬਾਹਰ ਦੀ ਜ਼ਮੀਨਾਂ ਤੇ ਨੀਵਾਂ ਹੋ ਜਾਂਦਾ, ਪਾਣੀ ਫਿਰ ਕਿਸ ਤਰ੍ਹਾਂ ਕੱਢਦੇ ਹੋ ਬਾਹਰ? ਦੇਖੋ ਜਿਹੜੀਆਂ ਨੀਵੀਆਂ ਹੋ ਜਾਂਦੀਆਂ ਉਹਨਾਂ ਦੀ ਉਸ ਘਟ ਜਾਂਦੀ ਹੈ, ਉਹਨਾਂ ਦੀ ਮੱਛੀ ਪਲਦੀ ਨਹੀਂ, ਬਹੁਤ ਘੱਟ ਪਲਦੀ, 2 ਸਾਲੀ 3 ਸਾਲੀ ਮੱਛੀ ਪਲਦੀ। ਜਿਹੜੀ ਵਿੱਚ ਰਹਿ ਜਾਂਦੀ ਹੈ, ਨਹੀਂ ਫੜੀ ਜਾਂਦੀ, 2 ਸਾਲੀ ਹੁੰਦੀ, ਉਹ ਕਿਲੋ 2 ਕਿਲੋ ਦੀ ਹੁੰਦੀ, ਕਹਿੰਦੇ ਸਾਡੀ ਮੱਛੀ ਮੋਟੀ ਹੋ ਗਈ ਹੈ। ਅੱਛਾ। ਉਹ ਸਿਰਫ ਇਸ ਤੋਂ ਮੋਟੀ ਹੁੰਦੀ ਕਿ ਪਿਛਲੇ ਸਾਲ ਦੀ ਹੁੰਦੀ। ਜਿਹੜਾ ਨਵਾਂ ਪੌਂਗ ਹੋਏਗਾ ਕਦੀ ਨਹੀਂ ਪੱਲੇਗਾ, ਜ਼ਿਆਦਾ ਪਾਣੀ ਦੀ ਉਸ ਤਰ੍ਹਾਂ ਹੁੰਦੀ ਹੈ। ਪਾਣੀ ਜ਼ਮੀਨ ਤਾਕਤ ਨਹੀਂ ਬਣਾਉਂਦੀ। ਅੱਛਾ। ਜਦੋਂ ਜ਼ਮੀਨ ਤਾਕਤ ਨਹੀਂ ਬਣਾਉਣੀ, ਪੈਦਾਵਾਰ ਕਿੰਝ ਵਧੇਗੀ? ਅੱਛਾ। ਇਹ ਜਿਹੜੀ ਗਹਿਰਾਈ ਹੈ ਸਾਈਡਾਂ ਦੇ ਬੰਨ ਪੈਦਾ ਕਰਕੇ ਬਣਾਉਣੀ ਚਾਹੀਦੀ ਜਾਂ ਜ਼ਮੀਨ ਨੂੰ ਗਹਿਰਾ ਕਰਨਾ ਚਾਹੀਦਾ? ਨਹੀਂ, ਬੰਨ ਇਸ ਤੋਂ ਲਾਜ਼ਮ ਹੁੰਦੇ ਨੇ ਕਿ ਬਾਹਰੋਂ ਪਾਣੀ ਨਾ ਪਵੇ। ਇਸ ਤਰ੍ਹਾਂ ਸਲਾਬ ਵਗੈਰਾ ਆ ਜਾਂਦੇ ਨੇ, ਜਾਂ ਮੁੰਜੀ ਲਾਗੇ ਕੋਈ ਫਸਲ ਵਗੈਰਾ ਹੁੰਦੀ ਹੈ ਤੇ ਬੰਨ ਨੀਵੇਂ ਹੋਣ ਤੇ ਆਦਮੀ ਜ਼ਹਿਰ ਪਾਉਂਦਾ ਮੁੰਜੀ ਨੂੰ, ਅਗਰ ਮੱਛੀ ਨੂੰ ਆਣ ਪਏ ਤੇ ਮਸਲਾ ਬਣ ਜਾਂਦਾ। ਠੀਕ ਹੈ। ਬੰਨ ਲਾਜ਼ਮ ਹੁੰਦੇ ਨੇ ਇਸ ਤੋਂ ਥੋੜੇ ਕਿ ਬਾਹਰੋਂ ਤੁਹਾਨੂੰ ਨੁਕਸਾਨ ਨਾ ਕੋਈ ਹੋਏ ਕਿਸੇ ਤਰ੍ਹਾਂ ਦਾ। ਸਾਲ 'ਚ ਕਿੰਨੇ ਬੀਜ ਪਾਏ ਜਾ ਸਕਦੇ ਨੇ? ਸਾਲ 'ਚ ਇੱਕ ਮਰਤਬਾ ਮੱਛੀ ਪੈਂਦੀ ਹੈ। ਅੱਛਾ। ਪਹਿਲੇ ਦੂਸਰੇ ਮਹੀਨੇ 12ਵੇਂ ਮਹੀਨੇ ਕੱਢ ਲੈਂਦੇ ਨੇ ਲੋਕ, ਕਈ 12ਵੇਂ ਮਹੀਨੇ ਕੱਢਦੇ ਨੇ, ਕੋਈ ਪਹਿਲੇ ਮਹੀਨੇ। ਤੀਸਰੇ ਚੌਥੇ ਮਹੀਨੇ ਮੱਛੀ ਪਾਈ ਜਾਂਦੀ ਹੈ। 12ਵੇਂ ਮਹੀਨੇ ਮੱਛੀ ਨਹੀਂ ਪਾਣੀ ਚਾਹੀਦੀ, ਕਿਉਂਕਿ ਠੰਡ ਹੁੰਦੀ ਹੈ, ਪੋਹ ਦਾ ਮੌਸਮ ਹੁੰਦਾ, ਬੱਚਾ ਮਰ ਜਾਂਦਾ। ਠੰਡ ਬਰਦਾਸ਼ਤ ਨਹੀਂ ਕਰਦਾ ਪਾਣੀ ਦੀ ਕੂਲਿੰਗ ਦੀ ਵਜ੍ਹਾ ਨਾਲ, ਤੇ ਦੂਸਰੇ ਤੀਸਰੇ ਮਹੀਨੇ ਬੱਚਾ ਪਾ ਲੈਣਾ ਚਾਹੀਦਾ। ਅੱਛਾ ਭਾਈ, ਇਹ ਤੁਸੀਂ ਬੱਚਾ ਪਾਣੀ ਸਾਰੀ ਸਕੀਮ ਦੱਸ ਰਹੀ, ਬੜਾ ਅੱਛਾ ਲੱਗਾ। ਤੁਸੀਂ ਹੁਣ ਇਹ ਦੱਸੋ ਕਿ ਇਹਦੇ 'ਚ ਕਿੰਨੇ ਹਰਜੇ ਤੋਂ ਬਾਅਦ ਕਿੰਨੇ ਮੁਨਾਫਾ ਹੋ ਜਾਂਦਾ? ਕੀ ਮੁਨਾਫੇ ਦੀ ਸ਼ਰ੍ਹਾ ਇਹਦੇ 'ਚ? ਦੇਖੋ ਤੁਸੀਂ 20,000 ਦਾ ਬੱਚਾ ਨਹੀਂ ਪੈਂਦਾ,
ਠੀਕ ਹੈ 7 ਰੁਪਏ ਦਾ ਇੱਕ ਬੱਚਾ ਹੁੰਦਾ 1200 ਬੱਚੇ ਦੀ ਉਸ ਪੜ੍ਹ ਲਓ ਠੀਕ ਹੈ ਤੇ ਕਿੰਨੇ ਰੁਪਏ ਦਾ ਬਣਦਾ 8400 8400 ਰੁਪਇਆ ਬਣ ਗਿਆ 9000 ਦੇ ਨੇੜੇ ਬਣਦਾ ਬਿਲਕੁਲ ਸਹੀ ਤੁਸੀਂ ਮਾਸ਼ਾਅੱਲਾ ਦੱਸਿਆ। ਉਸ ਤੋਂ ਇਲਾਵਾ ਇਹਦੇ ਚ ਖਾਦ ਤੁਸੀਂ ਲਾ ਲਓ ਜਿਹੜੀ ਹੈ ਨਾ 10 15 ਤੋੜੇ ਖਾਦ ਪੈਂਦੀ ਹੈ ਠੀਕ ਹੈ ਠੀਕ ਹੈ ਉਹ ਤੁਹਾਡਾ ਆ ਜਾਂਦਾ ਖਰਚਾ 35 ਤੋਂ 40000 ਰੁਪਇਆ ਠੀਕ ਹੈ 50000 ਖਰਚਾ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਤੁਹਾਡਾ ਹੋਰ ਖਰਚਾ ਕਰ ਕਰਕੇ 1 ਲੱਖ ਰੁਪਇਆ ਖਰਚਾ ਲਾ ਲਓ ਤੁਸੀਂ ਜੇ ਮੱਛੀ ਪਾਲਣੀ ਠੀਕ ਹੈ 1 ਲੱਖ ਰੁਪਇਆ ਇੱਕ ਮੁਲਾਜ਼ਮ ਵੀ ਤੇ ਰੱਖਣਾ ਪੈਂਦਾ ਹੋਣਾ ਨਾ ਹਾਂਜੀ ਜੇ ਤੁਸੀਂ ਖੁਦ ਨਹੀਂ ਰਹਿਣਾ ਫਿਰ ਤੇ ਮੁਲਾਜ਼ਮ ਲਾਜ਼ਮ ਹੈ ਨਾ ਠੀਕ ਕਿਸੇ ਹੈ। ਵੀ ਕਾਰੋਬਾਰ ਲਈ ਮੁਲਾਜ਼ਮ ਤੇ ਲਾਜ਼ਮ ਲਾਜ਼ਮ ਹੈ ਠੀਕ ਹੈ ਜੇ ਤੁਸੀਂ ਖੁਦ ਕਰ ਸਕਦੇ ਹੋ ਤਾਂ ਲੇਬਰ ਤੋਂ ਮੁਸ਼ਕਲ ਇਲਾਵਾ ਹੈ। 1 ਲੱਖ ਰੁਪਏ ਖਰਚ ਹੋ ਰਿਹਾ ਹਾਂਜੀ ਤੇ ਲੇਬਰ ਦੀ ਤਨਖਾਹ ਵੱਖਰੀ ਲੇਬਰ ਦੀ ਵੱਖਰੀ 12 ਦਾ 120 ਅਗਰ 10000 ਤਨਖਾਹ ਹੈ ਤੇ ਹਾਂਜੀ। 1,20,000 ਹੋ ਗਿਆ 20000 ਤੇ ਕੁਝ ਖਾਣ ਪਿਆਣ ਵੀ ਲੱਖ ਰੁਪਏ ਉਹ ਪਾ ਲਓ 3.5 ਲੱਖ ਤੇ ਪੈ ਗਿਆ ਨਾ ਪਰ ਉਹ ਲੇਕਿਨ ਤੁਸੀਂ ਇੱਕ ਫਾਰਮ ਤੇ ਨਹੀਂ ਨਾ ਕਰਨਾ ਫਿਰ ਫਾਰਮ ਜ਼ਿਆਦਾ ਹੋਣੇ ਨੇ ਫਾਰਮ ਜ਼ਿਆਦਾ ਹੋਣੇ ਫਾਰਮ ਨੇ। ਜ਼ਿਆਦਾ ਹੋਏ ਤੇ ਫਿਰ ਮੁਲਾਜ਼ਮ ਰੱਖਣ ਦੀ ਜ਼ਰੂਰਤ ਚਲੋ ਲੱਖ ਰੁਪਏ ਖਰਚ ਕਰਕੇ ਫਿਰ ਹਾਸਲ ਕੀ ਹੁੰਦਾ ਫਿਰ ਹਾਸਲ ਇਹ ਹੁੰਦਾ ਕਿ ਇਹਦਾ ਵਜ਼ਨ ਹੋ ਜਾਂਦਾ 35 ਠੀਕ ਹੈ 40 ਮਨ ਠੀਕ ਹੈ। 42 ਮਨ ਠੀਕ ਹੈ ਠੀਕ ਹੈ 42 ਮਨ ਜੇ ਤੁਸੀਂ ਛੋਟੀ ਤੋਂ ਛੋਟੀ ਰਕਮ ਲਾਓ ਹਾਂ ਜਿਹੜੀ ਨਿਲ ਮੱਛੀ ਵਿਕਦੀ ਹੈ ਨਾ ਜਿਹੜੀ ਨਕਾਮ ਮੱਛੀ ਮੰਡੀ 'ਚ ਵਿਕਦੀ ਹੈ ਜੀ, ਜੀ। 7000 ਤੋਂ ਵਿਕਦੀ ਹੈ ਮਣ। 7500 ਤੋਂ ਮਨ ਵਿਕਦੀ ਹੈ 3500 ਨੂੰ ਉਸ ਤੋਂ ਮਾਰੀ ਤੇ ਪੌਣੇ ਸਵਾ 3 ਲੱਖ 3.5 ਲੱਖ ਦੇ ਨੇੜੇ 2.5 ਲੱਖ 3 ਲੱਖ 2 ਲੱਖ 80000 ਰੁਪਏ ਨਾਲ ਧੰਨਵਾਦ ਇਸ ਟਾਈਮ ਨਾਲ ਤੁਹਾਨੂੰ ਕੋਈ ਫਸਲ ਇੰਨੇ ਪੈਸੇ ਨਹੀਂ ਦੇ ਰਹੀ ਨਾ ਕਣਕ ਦੇ ਰਹੀ ਨਾ ਮੂੰਜੀ ਦੇ ਰਹੀ ਉਹਦੇ 'ਚ ਖਰਚਾ ਬਹੁਤ ਜ਼ਿਆਦਾ ਹੋ ਗਿਆ ਹੈ ਬਿਲਕੁਲ ਠੀਕ ਹੈ ਪ੍ਰੋਫਿਟ ਬਹੁਤ ਕਮ ਹੈ ਜ਼ਿੰਦਾਬਾਦ 35 ਮਨ 42 ਮਨ 40 ਮਨ ਮੂੰਜੀ ਨਿਕਲਦੀ ਪਈ ਹੈ ਜਿਹੜੇ ਬੜੀ ਸਾਨ ਮੂੰਜੀ ਬੜੀ ਤਗੜੀ ਮੂੰਜੀ ਹੈ, 35 ਮਨ 40 ਮਨ 42 ਮਨ ਬਾਈ ਠੀਕ ਹੋ ਗਿਆ ਤੁਸੀਂ ਸਾਰੀ ਮਾਲੂਮਾਤ ਦਾ ਹਾਤਾ ਕਰ ਛੜਿਆ ਹੈ। ਆਖਰ ਚ ਅਗਰ ਕੋਈ ਗੱਲ ਰਹਿ ਗਈ ਹੋਏ ਆਪਣੀ ਤਰਫੋਂ ਮਸ਼ਵਰਾ ਤੁਹਾਨੂੰ ਦੱਸਣਾ ਚਾਹੋ ਜਾਂ ਕਿਸੇ ਬੰਦੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੈ ਤੁਹਾਡੇ ਨਾਲ ਕੋਈ ਫੋਨ ਨੰਬਰ ਅਗਰ ਮਿਲ ਸਕੇ ਤਾਂ ਕਿ ਕੋਈ ਗੱਲ ਰਹਿ ਗਈ ਹੋਏ ਤਾਂ ਆਪੇ ਤੁਹਾਨੂੰ ਪੁੱਛ ਲੇ ਜਾਂ ਆਪਣੀ ਤਰਫੋਂ ਕੋਈ ਗੱਲ ਦੱਸ ਦਿਓ ਮਸਲਾ ਇਸ ਗੱਲ ਦਾ ਦੇਖੋ ਮੈਂ ਤੇ ਮਸ਼ਵਰਾ ਇਹ ਦਾਂਗਾ ਜਿਸ ਇਨਸਾਨ ਨੂੰ ਕਿਸੇ ਕਾਰੋਬਾਰ ਦੀ ਮਾਲੂਮਾਤ ਨਹੀਂ ਉਹ ਸ਼ੁਰੂ ਮਤ ਕਰੋ ਠੀਕ ਹੈ ਔਰ ਦੂਸਰੀ ਗੱਲ ਕਿ ਕਿਸੇ ਦੇ ਕਹਿਣ ਤੇ ਉਹਨੇ ਚਾ ਕਾਰੋਬਾਰ ਮਤ ਕਰੋ ਜਿੰਨੇ ਤੱਕ ਤੁਸੀਂ ਉਹਨੂੰ ਅੱਛੇ ਤਰੀਕੇ ਜਾਂਚ ਨਹੀਂ ਲੈਂਦੇ ਸਮਝ ਨਹੀਂ ਜਾਂਦੇ ਬੜੀ ਪ੍ਰੋਫੈਸ਼ਨਲ ਗੱਲ ਕੀਤੀ ਜੇ ਤੁਸੀਂ ਐਵੇਂ ਕਿਸੇ ਦੇ ਕਹਿਣ ਤੇ ਯਾਰ ਇਸ ਕੰਮ ਨੂੰ ਕਰ ਲਈ ਇੰਨੇ ਪੈਸੇ ਬਣਦੇ ਨੇ ਇੰਨੇ ਬਣਦੇ ਤੁਸੀਂ ਨੁਕਸਾਨ ਚ ਰਹੋਗੇ ਨੁਕਸਾਨ ਚ ਜਾ। ਕਿਉਂਕਿ ਤੁਹਾਨੂੰ ਮਾਲੂਮਾਤ ਨਹੀਂ ਹੋਏਗੀ ਠੀਕ ਹੈ ਮਾਲੂਮਾਤ ਲਾਜ਼ਮ ਹੈ ਸਰਕਾਰੀ ਮਹਿਕਮੇ ਨੇ ਉੱਥੇ ਜਾਓ ਮਾਲੂਮਾਤ ਲਓ ਉੱਥੋਂ ਕਿਤਾਬ ਮਿਲਦੀ ਹੈ ਠੀਕ ਹੈ ਲਿਆ ਕੇ ਦੇਖੋ ਉਹਨੂੰ ਤੁਹਾਨੂੰ ਪੂਰਾ ਲਿਖਿਆ ਹੁੰਦਾ ਉਹਨਾਂ ਨੇ ਠੀਕ ਹੈ ਠੀਕ ਹੈ ਸਾਰਾ ਸਿਸਟਮ ਹੁੰਦਾ ਤੇ ਤੁਹਾਨੂੰ ਪਤਾ ਚੱਲ ਜਾਏਗਾ ਠੀਕ ਹੈ ਇਸ ਤਰ੍ਹਾਂ ਕੋਈ ਅਜ਼ੀਜ਼ ਹੈ ਕੋਈ ਬੰਦਾ ਸਮਝਦੇ ਹੋ ਕਿ ਸਾਡਾ ਹੈ ਕੋਈ ਅੱਛਾ ਦੋਸਤ ਹੈ ਠੀਕ ਹੈ ਜਿਹੜਾ ਕੋਈ ਕਾਰੋਬਾਰ ਕਰਦਾ ਹੈ ਠੀਕ ਹੈ ਉਹਦੇ ਨਾਲ ਸਲਾਹ مشورہ ਕਰੋ ਠੀਕ ਹੈ ਉਹਨੂੰ ਨਾਲ ਖੜੋ ਬੱਚਾ ਲੈਣ ਜਦੋਂ ਜਾਓ ਕਿਸੇ ਉਸ ਬੰਦੇ ਨੂੰ ਜ਼ਰੂਰੀ ਨਾਲ ਖੜੋ ਜਿਹੜਾ ਸਮਝਦਾ ਹੈ। ਠੀਕ ਹੈ ਤੁਸੀਂ ਨਾੜੀ ਬੰਦੇ ਨੂੰ ਖੜੋਗੇ ਤਾਂ ਉੱਥੇ ਬੱਚੇ ਦਾ ਵੀ ਮਸਲਾ ਬਣ ਜਾਂਦਾ ਮਸਲਾ ਬਣ ਗਿਆ ਠੀਕ ਹੈ ਹਾਂ ਤੇ ਕੋਈ ਨੰਬਰ ਸ਼ੰਬਰ ਨੰਬਰ ਭਾਈਜਾਨ ਤੁਸੀਂ ਤੁਹਾਡਾ ਆਪਣਾ ਹੀ ਲਿਖ ਦਿਓ ਕੋਈ ਓਕੇ ਮੁਸ਼ਕਲ ਜੀ, ਨਹੀਂ ਓਕੇ, ਹੈ ਮਿਹਰਬਾਨੀ। ਮਿਹਰਬਾਨੀ ਕਿਹੜੀਆਂ ਨੇ ਦੋ ਹੈ ਸਰ ਇਹ ਕਿਹੜੀ ਕਿਸਮ ਜੇ ਤੇ ਇਹ ਵਾਲੀ ਗਲਫਾਮ ਤੇ ਇਹ ਵਾਲੀ ਕਿਹੜੀ ਜੇ ਸਾਰੀਆਂ ਉਹ ਸਿਲਵਰ ਬਾਕੀ ਇਹ ਸਿਲਵਰ ਕਿਹੜੀ ਜੇ ਇਹ ਵਾਲੀ ਵੱਡੀ ਇਹ ਵਾਲੀ ਖਾਣ ਵਾਲੀ ਰੋ ਤੇ ਕੋਈ ਯਾਰ ਪਾਲਾ ਮਰਨਾ ਹੀ ਕਹਿਣਾ ਚਾਹੀਦਾ ਗਨਾਹ ਹੁੰਦਾ ਆਹੋ ਕਿਉਂ ਤਕਬੀਰ ਪਈ ਹੁੰਦੀ ਲੋ ਯਾਰ ਦੀ ਤਸਵੀਰ ਬਣਾ ਲੈਂਦੇ ਰਹਿਣ ਇੱਥੇ ਰਹਿਣ ਦੇ ਇਕੱਠੀਆਂ ਕਰ ਦੇਣਾ ਤੂੰ ਆ ਜਾ ਉਰਾਂ ਹਿੰਦੀਆਂ ਦੀ ਸਗੋਂ ਬਣਾਓ ਕੱਚੀਆਂ ਨੇ ਛੋਟੀਆਂ ਫੜੋ ਬਾਅਦ ਚ ਮੈਂ ਲਾਉਣਾ ਲੱਗਿਆ ਬਾਬਾ ਮਾਂ ਇੱਧਰ ਵੀ ਲੱਗਾ ਹੈ ਹਾਂ ਥੋੜੀ ਜਿਹੀ ਖਿੱਚ ਆਈ ਹੋਈ ਹੈ ਇੱਧਰ ਨੂੰ ਹੱਥ ਨਾਲ ਮੈਂ ਦੱਸਣਾ ਇੱਧਰ ਨੂੰ ਜਾਣਾ ਕਿਤੇ ਇਸ ਨੂੰ ਆਉਣਾ ਹੈ ਬਹੁਤ ਬੜਾ ਇਹਨੂੰ ਨਹੀਂ ਛੱਡਦਾ ਭਾਈ ਥੋੜੇ ਨੇ ਕਿਤੇ ਵੀ ਜਾਂਦੀ ਨਾਲੇ ਉਹ ਜੋ ਸ਼ੋਅ ਜੋ ਸੋਹਣੇ ਨਾ ਹੋਵੇ ਥੋੜਾ ਰਿਹਾ
क्या बात है माशाल्लाह। ਹੁਣ ਬਣਾ ਇੱਧਰ ਆ ਕੇ ਮੱਛੀ ਨਿਕਲ ਗਈ। ਉਹ ਚਾਰ ਉੱਤੋਂ ਫਿਰ ਖਿੱਚਾ ਆ ਯਾਰ ਜਾਨ ਪੁੱਜਣ ਕੰਡੇ ਬਾਹਰੋਂ ਮੱਝ ਅੰਦਰ ਨੂੰ ਖਿੱਚਾ ਬਾਹਰੋਂ ਬਾਹਰ ਅੰਦਰੋਂ ਅੰਦਰ ਖਿੱਚ ਲੈ ਭਾਵੇਂ ਕਿੱਧਰ ਨੂੰ ਆਪਣੇ ਤੋਂ ਬਣਾ ਲਾ ਬਣਾ ਦੋ ਭਾਈ ਦੁਕਾਨ ਚੰਗਾ ਆਇਆ ਹੈ ਮੈਂ ਕਿੱਦਾਂ ਕਰਦਾ ਵੇ ਹਲੋ ਲੈ ਕੇ ਨਾ ਤੇ ਇਸ ਤਰ੍ਹਾਂ ਬਣਿਆ ਤੇ ਦੋ ਸਟੇਟ ਕੱਟ ਕੇ ਉਹਦੇ ਫੋਟੋ ਕੱਟ ਕੇ ਵਿੱਚ ਪਾ ਲਓ ਇਹ ਬੰਦੇ ਬਣਾਉਂਦੇ ਨੇ ਟਿਕਟੌਕ ਟਿਕਟੌਕ ਪੂਰੀ ਬਣਾ ਕੇ ਇਹ ਕੀ ਆ ਭੈਣ ਲਾਲ ਹੋ ਗਿਆ ਮੱਧਿਆ ਵਿੱਚ ਤੂੰ ਹਾਂ ਮੱਧਾ ਲਾਲ ਹੋ ਗਏ ਵਿੱਚ ਵਾਲੇ ਸ਼ੁਕਰ ਕਰ ਲਾਲ ਹੋ ਗਿਆ ਕਿਉਂ ਨਹੀਂ ਤੇ ਉੱਥੇ ਰਿਹਾ ਬੰਦਾ ਸਾਡੇ ਨਾਲ ਫਿਰਦਾ ਤੇ ਲੋਕੀ ਆਂਦੇ ਨੇ ਭਰਾ ਰਹਿਗੇ ਕੌਣੇ ਨਾਲ ਹੈ ਨਮਾ